ਫਿਰਤ ਨ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾ ਹੋਏ ਸਹਾਈ। ਅਰਜਨ ਹਰ ਗੋਬਿੰਦਨੋ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ। ਤੇਗ ਬਹਾਦਰ ਸਿਮਰਿਐ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵਡੋ ਕਲੂ ਮੈਂ ਸਾਕਾ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵਡੋ ਕਲੂ ਮੈਂ ਸਾਕਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨ ਦੀਆ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨ ਦੀਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸਰੋਤਾ ਜਨ ਜੋ ਇਹ ਹਰੀ ਜਸ, ਹਰੀ ਕਥਾ, ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ, ਇਹ ਪਾਵਨ ਸਥਾਨ ਤਪੋਬਨ, ਅੰਮ੍ਰਿਤ ਬਨ, ਸ਼ਾਂਤੀ ਬਨ ਦਾ ਜੋ ਹਿੱਸਾ ਗਹਿਬਰ ਬਨ ਜੋ ਤੁਸੀਂ ਦੇਖ ਰਹੇ ਹੋ, ਇੱਕ ਯੁਗਾਂ ਦਾ ਪੁਰਾਤਨ ਜੰਗਲ, ਤਪੋ ਭੂਮੀ, ਤਪ ਸਥਾਨ। ਆਲੇ ਦੁਆਲੇ ਅਨੇਕਾਂ ਤਰ੍ਹਾਂ ਦੇ ਬ੍ਰਿਸ਼, ਝਾੜੀਆਂ, ਬੂਟੇ, ਦੀਮਕ ਦੀਆਂ ਪਿਰਮੀਆਂ ਲੱਗੀਆਂ ਹੋਈਆਂ, ਜਿਸ ਨੂੰ ਇਸ ਜਗ੍ਹਾ ਨੂੰ ਕੋਈ ਬਾਹ ਨਹੀਂ ਸਕਿਆ, ਪ੍ਰਭੂ ਦੇ ਹੁਕਮ ਦੇ ਅੰਦਰ ਵਰਤ ਨਹੀਂ ਸਕਿਆ। ਸੋ ਪ੍ਰਭੂ ਦੇ ਸਿਮਰਨ ਦੇ ਲਈ, ਪ੍ਰਭੂ ਦੀ ਬੰਦਗੀ ਭਗਤੀ ਦੇ ਲਈ ਪ੍ਰਭੂ ਨੇ ਆਪ ਇਸ ਨੂੰ ਸੁਰੱਖਿਅਤ ਰੱਖਿਆ। ਸੋ ਇਹ ਮਨਮੋਹਕ ਦ੍ਰਿਸ਼ ਤੁਸੀਂ ਤਪੋਵਨ, ਅੰਮ੍ਰਿਤ ਬਨ, ਇਹ ਗਹਿਬਰ ਬਨ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਰਿਸ਼ੀਆਂ ਮੁਨੀਆਂ ਦੀ ਧਰਤੀ, ਪੰਜਾਬ ਜ਼ਿਲ੍ਹਾ ਲੁਧਿਆਣਾ, ਨੇੜੇ ਪਾਇਲ, ਭਾਰਤ, ਇੰਡੀਆ ਦਾ ਸਭ ਦੇਖ ਰਹੇ ਹੋ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਨਾਨਕ ਦੀ ਗੱਦੀ 'ਤੇ ਵਿਰਾਜਮਾਨ 9ਵੇਂ ਪਾਤਸ਼ਾਹ
ਜਿਨ੍ਹਾਂ ਦੇ 400 ਸਾਲਾ ਅਵਤਾਰ ਦਿਹਾੜੇ ਸਭ ਦੁਨੀਆ ਵਿੱਚ ਮਨਾਏ ਜਾ ਰਹੇ ਹਨ। ਭਾਵੇਂ ਕਿ ਕੋਵਿਡ-19 ਦੀ ਮਹਾਂਮਾਰੀ ਕਰਕੇ ਖੁੱਲ੍ਹੇਆਮ ਵੱਡੇ ਪੱਧਰ 'ਤੇ ਗੁਰੂ ਪਿਆਰੇ ਸਾਰੇ ਹਿੰਦੂ, ਮੁਸਲਮਾਨ, ਸਿੱਖ ਇਕੱਤਰ ਹੋ ਕੇ ਇਹ ਦਿਹਾੜੇ ਨਹੀਂ ਮਨਾ ਸਕਦੇ। ਬੜੀ ਸੀਮਿਤ ਗਿਣਤੀ ਦੇ ਵਿੱਚ ਆਪਣੇ ਸ਼ਰਧਾ ਦੇ ਫੁੱਲ ਉਹਨਾਂ ਸਤਿਗੁਰਾਂ ਨੂੰ ਭੇਟ ਕਰ ਰਹੇ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਧਰਮ ਦੀ ਰਾਖੀ ਕੀਤੀ, ਮਾਨਵੀ ਅਧਿਕਾਰਾਂ ਦੀ ਰਾਖੀ ਕੀਤੀ, ਇਨਸਾਨੀਅਤ ਨੂੰ ਮਰਨ ਤੋਂ ਬਚਾਇਆ, ਹਿੰਦੂ ਧਰਮ ਦੀ ਰੱਖਿਆ ਕੀਤੀ, ਤਿਲਕ ਜੰਝੂ ਨੂੰ ਬਚਾਇਆ, ਹਜ਼ਾਰਾਂ ਲੱਖਾਂ ਮੰਦਰਾਂ ਨੂੰ ਬਚਾਇਆ, ਵੇਦ ਰੀਤਾਂ ਨੂੰ ਬਚਾਇਆ, ਆਪਣੀ ਇੱਕ ਮਹਾਨ ਸ਼ਹੀਦੀ ਦੇ ਕੇ, ਮਹਾਨ ਕੁਰਬਾਨੀ ਦੇ ਕੇ, ਜੋ ਮਹਾਨ ਤਪੱਸਵੀ ਪਰਮਾਤਮਾ ਦਾ ਸਰੂਪ ਇੱਕਮਿਕ ਯੁਗਾਂ ਦੇ ਰਿਸ਼ੀ ਬਾਬਾ ਬਕਾਲਾ ਕੱਚੇ ਭੋਰੇ ਦੇ ਮਹਾਨ ਤਪੱਸਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੇਰੇ ਬਹਾਦਰ ਨੂੰ, ਉਸ ਮਰਦ ਅਗੰਮੜੇ ਨੂੰ ਜਨਮ ਦੇਣ ਵਾਲੇ, ਪ੍ਰਗਟ ਕਰਨ ਵਾਲੇ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਇਹ ਧਰਤੀ ਦਾ ਭਾਰ ਹਾਰਨ ਦੇ ਲਈ ਸੰਸਾਰ 'ਤੇ ਲਿਆਉਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਤਿਲਕ ਜੰਝੂ ਦੇ ਰਾਖੇ, ਧਰਮ ਦੇ ਰਾਖੇ। ਸੋ ਉਹਨਾਂ ਦੀ ਇਹ ਅੰਮ੍ਰਿਤ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। 9ਵੇਂ ਪਾਤਸ਼ਾਹ ਦਿਆਂ ਦੇ ਸਲੋਕ ਕਰਕੇ ਪ੍ਰਸਿੱਧ ਹੈ। ਭੋਗ ਦੀ ਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਪੂਰਨ ਹੁੰਦੀ ਹੈ ਬਾਣੀ, ਆਖੀਰ ਦੇ ਵਿੱਚ, ਲਾਸਟ ਵਿੱਚ ਸੇ ਇਹ ਭੋਗ ਦੇ ਸਲੋਕ ਹਨ, ਉਪਰੰਤ ਰਾਗਮਾਲਾ ਹੈ। ਸੋ ਬਹੁਤ ਹੀ ਵੈਰਾਗਮਈ ਬਾਣੀ ਹੈ ਜੋ ਗੁਰੂ ਮਹਾਰਾਜ ਜੀਆਂ ਨੇ ਦਿੱਲੀ ਤੋਂ, ਜਦੋਂ ਗੁਰੂ ਮਹਾਰਾਜ ਬੜਾ ਜ਼ਾਲਮ ਬਾਦਸ਼ਾਹ ਸਮੇਂ ਦਾ ਔਰੰਗਜ਼ੇਬ ਨੂੰ ਸਮਝਾ ਰਹੇ ਸਨ, ਧਰਮ ਦੀ ਰੱਖਿਆ ਕਰਨ ਦੇ ਲਈ ਗੁਰੂ ਮਹਾਰਾਜ ਆਪ ਖੁਦ ਸ਼ਹੀਦੀ ਦੇਣ ਦੇ ਲਈ ਗਏ, ਧਰਮ ਦੀ ਰਾਖੀ ਕਰਨ ਦੇ ਲਈ ਗਏ। ਔਰੰਗਜ਼ੇਬ ਨਾ ਸਮਝਿਆ, ਗੁਰੂ ਜੀ ਨੂੰ ਕੈਦ ਵਿੱਚ ਪਾਇਆ, ਪਿੰਜਰੇ ਵਿੱਚ ਪਾਇਆ। ਗੁਰੂ ਸਾਹਿਬ ਜੀਆਂ ਦੇ ਨਾਲ ਜੋ ਪਰਮ ਪਿਆਰੇ ਸਿੱਖ ਮਹਾਰਾਜ ਜੀਆਂ ਦੇ ਨਿਕਟਵਰਤੀ ਭਾਈ ਮਤੀ ਦਾਸ ਜੀਆਂ ਨੂੰ ਆਰੇ ਦੇ ਨਾਲ ਚੀਰ ਦਿੱਤਾ ਗੁਰੂ ਸਾਹਿਬ ਜੀਆਂ ਦੇ ਅੱਖਾਂ ਦੇ ਸਾਹਮਣੇ। ਭਾਈ ਸਤੀ ਦਾਸ ਜੀਆਂ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ। ਭਾਈ ਦਇਆਲਾ ਜੀਆਂ ਨੂੰ ਉਬਲਦੇ ਪਾਣੀ ਵਿੱਚ, ਦੇਗ ਦੇ ਵਿੱਚ ਜਿਹੜਾ ਹੈ ਉਬਾਲ ਦਿੱਤਾ। ਪਰੰਤੂ ਉਹ ਮਹਾਨ ਧਰਮੀ ਪੁਰਖਾਂ ਨੇ ਧਰਮ ਨਹੀਂ ਛੱਡਿਆ, ਗੁਰੂ ਤੋਂ ਮੁੱਖ ਨਹੀਂ ਮੋੜਿਆ, ਕਿਸੇ ਲਾਲਚ ਵਿੱਚ ਨਹੀਂ ਆਏ, ਕਿਸੇ ਡਰਾਵੇ ਵਿੱਚ ਨਹੀਂ ਆਏ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਅੰਮ੍ਰਿਤ ਬਾਣੀ ਅਨੰਦਪੁਰ ਸਾਹਿਬ ਭਾਈ ਗੁਰਦਿੱਤਾ ਜੀਆਂ ਦੇ ਹੱਥ ਗੁਰਗੱਦੀ ਦੀ ਨਿਸ਼ਾਨੀ, 5 ਪੈਸੇ ਨਾਰੀਅਲ, ਉੱਥੋਂ ਹੀ ਨਮਸਕਾਰ ਕਰਕੇ ਜੋਤੀ ਜੋਤ ਮਲਾਈ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕੀਤੀ। ਨਾਲ ਹੀ ਇਹ ਸਲੋਕ ਜਿਹੜੇ ਹਨ ਭੇਜਣਾ ਕੀਤੇ, ਪਹਿਲਾਂ ਇਹ ਬਾਣੀ ਜਿਹੜੀ ਹੈ ਭੇਜੀ, ਅਤੇ ਨਾਲ ਹੀ ਉੱਤਰ ਲਿਆਉਣ ਦੇ ਲਈ ਜਿਹੜਾ ਹੈ ਵੀ ਪ੍ਰੇਰਨਾ ਕੀਤੀ ਕਿ ਸਾਹਿਬਜ਼ਾਦਿਆਂ ਨੂੰ ਇਹ ਜਿਹੜਾ ਹੈ ਇਹ ਬਾਣੀ ਲੈ ਕੇ ਜਾਣੀ। ਸੋ ਇਸ ਕਰਕੇ ਮਹਾਰਾਜ ਜੀ ਇਸ ਅੰਮ੍ਰਿਤ ਬਾਣੀ ਦੇ ਵਿੱਚ ਕਿੰਨਾ ਵੈਰਾਗ, ਜਗਤ ਦੀ, ਸਰੀਰ ਦੀ ਨਾਸ਼ਵਾਨਤਾ ਦਰਸਾ ਕੇ ਪਰਮਾਤਮਾ ਦਾ ਨਾਮ ਜਪਣ ਦੇ ਲਈ, ਪਰਮਾਤਮਾ ਦੀ ਭਗਤੀ ਕਰਨ ਦੇ ਲਈ ਪ੍ਰੇਰਨਾ ਕਰ ਰਹੇ ਹਨ। ਸਰਵਣ ਕਰੋ।
पांच तत्त को तन रचियो, जानो चतुर सुजान। ਸਤਿਗੁਰ ਸਾਹਿਬ ਫਰਮਾ ਰਹੇ ਹਨ, ਹੇ ਭਾਈ, ਇਹ ਜਿਹੜਾ ਸਰੀਰ ਹੈ, ਇਹ ਜਿਹੜੀ ਬੋਡੀ ਹੈ, ਇਹ ਪੰਜਾਂ ਤੱਤਾਂ ਦੀ ਰਚੀ ਹੋਈ ਹੈ। ਇਸ ਕਰਕੇ ਇਹ ਸਿਆਣੇ ਪੁਰਸ਼ੋ, ਇਸ ਨੂੰ ਸਮਝੋ ਵੀ ਸਰੀਰ ਕੀ ਹੈ। ਜਿਸ ਸਰੀਰ ਵਿੱਚ, ਜਿਸ ਨੂੰ ਅਸੀਂ ਆਪਣਾ ਸਮਝ ਰਹੇ ਹਾਂ, ਸਰੀਰ ਸਮਝ ਰਹੇ ਹਾਂ, ਸਰੀਰ ਦੇ ਵਿੱਚ ਜੋਤ ਹੈ, ਆਤਮਾ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਪੁਤਲਾ ਹੈ। ਇਹ ਪੰਜਾਂ ਤੱਤਾਂ ਦੀ ਰਚਨਾ ਹੈ। ਪੰਜੇ ਤੱਤ ਧਰਤੀ, ਆਕਾਸ਼, ਪੌਣ, ਪਾਣੀ ਅਤੇ ਅਗਨੀ। ਇਹ ਪੰਜਾਂ ਤੱਤਾਂ ਦਾ ਇਹ ਜਿਹੜਾ ਹੈ ਰਚਨਾ ਕੀਤੀ ਹੋਈ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਹੈ ਭਾਈ ਸਿਆਣੇ ਲੋਕੋ ਅਤੇ ਜਾਨੋ ਚਤੁਰ ਸੁਜਾਨ, ਇਸ ਨੂੰ ਸਮਝੋ, ਜਾਂ ਜਿਸ ਨੂੰ ਅਸੀਂ ਆਪਣਾ ਆਪ ਸਮਝ ਰਹੇ ਹਾਂ, ਇਹ ਪੰਜਾਂ ਤੱਤਾਂ ਦਾ ਸਰੀਰ ਹੈ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਹੈ, ਜਿਨ੍ਹਾਂ ਪੰਜਾਂ ਤੱਤਾਂ ਦੇ ਵਿੱਚੋਂ ਇਹ ਸਰੀਰ ਪੈਦਾ ਹੋਇਆ, ਇਹ ਤੱਤਾਂ ਦੇ ਵਿੱਚ ਮਿਲ ਜਾਂਦੇ ਹਨ। ਇਹਦੀ ਫਿਰ ਮੌਤ ਹੋ ਜਾਂਦੀ ਹੈ, ਖਤਮ ਹੋ ਜਾਂਦਾ ਹੈ, ਡੈੱਡ ਹੋ ਜਾਂਦਾ ਹੈ। ਫਿਰ ਜਿਹੜਾ ਹੈ ਇਸ ਨੂੰ ਸਾੜਿਆ, ਦਬਾ ਦਿੱਤਾ ਜਾਂਦਾ ਹੈ ਅਤੇ ਪਾਣੀ 'ਚ ਮਿਲ ਜਾਂਦਾ ਹੈ, ਕਿਉਂਕਿ ਸਰੀਰ ਦੇ ਵਿੱਚ ਕਿੰਨੇ % ਪਾਣੀ ਹੈ, ਤਰਲ ਹੈ, ਬਲੱਡ ਵਗੈਰਾ। ਦੂਸਰਾ ਹੱਡੀਆਂ, ਮਿੱਝ ਆਦਿ ਧਰਤੀ ਦੇ ਵਿੱਚ ਮਿਲ ਜਾਂਦੀਆਂ ਹਨ। ਹਵਾ ਜਿਹੜੀ ਹੈ 5 ਤਰ੍ਹਾਂ ਦੀ, ਪੌਣ ਇਹਦੇ ਵਿੱਚ ਪ੍ਰਾਣ ਕੰਮ ਕਰਦੇ ਨੇ। ਹਵਾ ਵਿੱਚ ਮਿਲ ਜਾਂਦੀ ਹੈ। ਖਾਲੀ ਜਗ੍ਹਾ ਆਕਾਸ਼ 'ਚ ਮਿਲ ਜਾਂਦਾ ਹੈ। ਅੱਗ ਦਾ ਤੱਤ ਜਿਹੜਾ ਹੈ ਅਗਨੀ, ਅੱਗ ਦੇ ਵਿੱਚ ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਪੰਜਾਂ ਤੱਤਾਂ ਤੋਂ ਰਚਿਆ ਹੋਇਆ ਸਰੀਰ ਪੰਜਾਂ ਤੱਤਾਂ ਦੇ ਵਿੱਚ ਮਿਲ ਜਾਂਦਾ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਿੱਥੋਂ ਪੈਦਾ ਹੋਇਆ ਹੈ ਉੱਥੇ ਹੀ ਜਿਹੜਾ ਹੈ ਇਹ ਮਿਲ ਜਾਂਦਾ ਹੈ। ਪੰਜੇ ਤੱਤਾਂ ਵਿੱਚ ਮਿਲ ਜਾਂਦੇ ਹਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਸਾਡੀ ਆਤਮਾ ਜਿਹੜੀ ਹੈ, ਜੋਤ ਆ, ਉਹ ਪਰਮਾਤਮਾ ਦੇ ਵਿੱਚੋਂ ਪੈਦਾ ਹੋਈ ਹੈ। ਜਦੋਂ ਸਰੀਰ ਖਤਮ ਹੋ ਜਾਂਦਾ ਹੈ, ਫਿਰ ਜਿਹੜੀ ਹੈ ਜੋਤ ਮਿਲ ਜਾਂਦੀ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪਰੰਤੂ ਸਾਨੂੰ ਇਨਸਾਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਪਰਮਾਤਮਾ 'ਤੇ ਵੀ ਇੱਕ ਰੱਬ ਵੀ ਹੈ, ਪਰਮਾਤਮਾ ਵੀ ਹੈ ਕੋਈ। ਪਰਮੇਸ਼ਰ 'ਤੇ ਵਿਸ਼ਵਾਸ ਕਰੋ। ਸਾਰੇ ਕਹਿ ਰਹੇ ਨੇ ਭਾਈ ਪਰਮਾਤਮਾ 'ਤੇ ਭਰੋਸਾ ਕਰੋ, ਪਰਮਾਤਮਾ ਦੀ ਭਗਤੀ ਕਰੋ, ਪਰਮਾਤਮਾ ਦਾ ਨਾਮ ਜਪੋ। ਪਰੰਤੂ ਅਸੀਂ ਇਨਸਾਨ ਲੋਕ ਵਿਸ਼ਵਾਸ ਨਹੀਂ ਕਰਦੇ। ਕਿੱਥੇ ਆ ਪਰਮਾਤਮਾ? ਜੀ ਹੈ ਤਾਂ ਦਿਖਾ ਦਿਓ। ਪਰਮਾਤਮਾ ਦਾ ਨਾਮ ਜਪਣ ਦੀ ਕਿਆ ਲੋੜ ਹੈ? ਸਿਮਰਨ ਭਗਤੀ ਕਰਨ ਦੀ ਕੀ ਲੋੜ ਹੈ? ਸੋ ਪਰੰਤੂ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਮਝਾ ਰਹੇ ਨੇ, ਦੱਸ ਰਹੇ ਨੇ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਜਿਹੜੇ ਸੰਤ ਸ਼ਾਂਤ ਆਤਮਾ ਨੇ, ਪਰਮਾਤਮਾ ਨਾਲ ਜੁੜੀਆਂ ਹੋਈਆਂ ਰੱਬ ਦੇ ਪਿਆਰੇ, ਉਹ ਦੱਸ ਰਹੇ ਨੇ ਵੀ ਪਰਮਾਤਮਾ ਘਟ ਘਟ ਦੇ ਵਿੱਚ ਹੈ, ਉਹ ਤੋਂ ਬਿਨਾਂ ਕੋਈ ਜਗ੍ਹਾ ਨਹੀਂ ਹੈ। ਘਟ ਘਟ ਦੇ ਵਿੱਚ, ਹਰ ਹਿਰਦੇ ਵਿੱਚ, ਹਰ ਦਿਲ ਦੇ ਵਿੱਚ, ਜਰਰੇ ਜਰਰੇ ਦੇ ਵਿੱਚ ਘਟ ਘਟ ਮੈਂ ਹਰ ਜੂ ਵਸਿਆ, ਸੰਤਨ ਕਹਿਓ ਪੁਕਾਰੋ। ਪੁਕਾਰ ਕੇ ਕਹਿ ਰਹੇ ਨੇ ਸਾਨੂੰ, ਪਰੰਤੂ ਅਸੀਂ ਫਿਰ ਵੀ ਨਹੀਂ ਸਮਝਦੇ, ਵਿਸ਼ਵਾਸ ਨਹੀਂ ਕਰਦੇ। ਕਹੋ ਨਾਨਕ ਤੇਹ ਭਜ ਮਨਾ, ਭਾਉ ਨਿਧ ਉਤਰੈ ਪਾਰ। ਨੌਵੇਂ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਹਨ, ਹੇ ਭਾਈ, ਕਹੋ ਨਾਨਕ ਭਜ ਹਰ ਮਨਾ, ਭਾਉ ਨਿਧ ਉਤਰੈ ਪਾਰ। ਉਸ ਪਰਮਾਤਮਾ ਨੂੰ ਭਜੋ। ਸੰਤ ਦੱਸ ਰਹੇ ਨੇ ਕਿ ਉਹ ਘਟ ਘਟ ਵਿੱਚ ਹੈ ਪਰਮਾਤਮਾ। ਜੇ ਉਸ ਨੂੰ ਭਜੋਗੇ, ਉਸ ਦਾ ਸਿਮਰਨ ਕਰੋਗੇ, ਨਾਮ ਜਪੋਗੇ, ਤੁਸੀਂ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓਗੇ। ਇਹ ਸਰੀਰ ਨੇ, ਸਰੀਰ ਵਿੱਚ ਜਿਹੜਾ ਹੈ ਮਿੱਟੀ ਵਿੱਚ ਮਿਲ ਜਾਣਾ। ਪੰਜੇ ਤੱਤਾਂ ਦਾ ਬਣਿਆ ਹੋਇਆ, ਪੰਜ ਤੱਤ ਕੋ ਤਨ ਰਚਿਓ, ਇਹਨੇ ਪੰਜਾਂ ਤੱਤਾਂ ਦੇ ਵਿੱਚ ਮਿਲ ਜਾਣਾ। ਇਹਦੇ ਨਾਲ ਬੁਰੇ ਕਰਮ ਨਾ ਕਰੀਏ, ਇਹਦੇ ਨਾਲ ਪਰਮਾਤਮਾ ਦੀ ਭਗਤੀ ਕਰੀਏ, ਪਰਮਾਤਮਾ ਦਾ ਨਾਮ ਜਪੀਏ। ਫਿਰ ਜਿਹੜਾ ਹੈ ਸਾਡੀ ਜੋਤੀ ਜਿਹੜੀ ਹੈ, ਜੋਤ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ, ਮਿਲ ਜਾਵੇਗੀ। ਸੋ ਅਸੀਂ ਸਾਡਾ ਅਸਲ ਸਰੂਪ
ਆਤਮਾ ਹੈ, ਇਹ ਸਰੀਰ ਨਹੀਂ ਹੈ। ਸਰੀਰ ਇੱਕ ਪਰਦਾ ਹੈ ਜੋ ਪਰਮਾਤਮਾ ਨੇ ਬਖਸ਼ਿਸ਼ ਕਰਕੇ ਸਾਨੂੰ ਇਹ ਆਤਮਾ ਦੇ ਰਹਿਣ ਦੇ ਲਈ ਮਕਾਨ ਦਿੱਤਾ ਹੈ, ਇੱਕ ਘਰ ਦਿੱਤਾ ਹੈ। ਸੋ ਇਸ ਕਰਕੇ ਜੇ ਪਰਮਾਤਮਾ ਦਾ ਜੇ ਨਾਮ ਜਪਾਂਗੇ, ਪਰਮਾਤਮਾ ਦਾ ਸਿਮਰਨ ਕਰੋਗੇ ਇਹ ਭਾਈ, ਤਾਂ ਭੌਜਲ ਜਿਹੜਾ ਇਹ ਦੁੱਖਾਂ ਦਾ ਸਮੁੰਦਰ ਹੈ, ਦੁੱਖਾਂ ਵਿੱਚ ਚਿੰਤਾਵਾਂ ਵਿੱਚ ਅਸੀਂ ਫਸੇ ਹੋਏ ਹਾਂ, ਜਨਮ ਮਰਨ ਦੇ ਗੇੜ ਦੇ ਵਿੱਚ, ਇਹ ਤੋਂ ਪਾਰ ਹੋ ਜਾਵਾਂਗੇ। ਪਰਮਾਤਮਾ ਦਾ ਭਜਨ ਸਾਨੂੰ ਪਾਰ ਕਰ ਦੇਵੇਗਾ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਫਿਰ ਕੌਣ ਪਾਰ ਹੁੰਦਾ ਹੈ? ਕੌਣ ਹੈ ਗਿਆਨਵਾਨ? ਕੌਣ ਹੈ ਬ੍ਰਹਮ ਗਿਆਨੀ? ਕੌਣ ਪਰਮਾਤਮਾ ਵਿੱਚ ਲੀਨ ਹੁੰਦਾ ਹੈ? ਵਾਹਿਗੁਰੂ ਦੇ ਭਜਨ ਤੋਂ ਕੀ ਅਵਸਥਾ ਪ੍ਰਾਪਤ ਹੁੰਦੀ ਹੈ? ਸਤਿਗੁਰੂ ਜੀ ਦੱਸਦੇ ਨੇ, ਸੁੱਖ ਦੁੱਖ ਜਿਹੇ ਪਰਸੈ ਨਹੀਂ। ਜਿਹਨੂੰ ਸੁੱਖ ਅਤੇ ਦੁੱਖ ਦੋਵੇਂ ਪਰਸਦੇ ਨੇ। ਅਸੀਂ ਕਦੇ ਦੁਖੀ ਹੋ ਜਾਂਦੇ ਹਾਂ, ਕਦੇ ਸੁਖੀ ਹੋ ਜਾਂਦੇ ਹਾਂ। ਸਾਡੀ ਮਨੋਵਿਰਤੀ ਜੇ ਥੋੜ੍ਹਾ ਸੁੱਖ ਮਿਲ ਜਾਂਦਾ ਤਾਂ ਬਹੁਤ ਹਵਾ 'ਚ ਹੀ ਆ ਜਾਂਦੇ ਹਾਂ, ਹਉਮੈ 'ਚ ਆ ਜਾਂਦੇ ਹਾਂ, ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਸੁੱਖ ਮਿਲ ਗਿਆ ਤਾਂ ਗਲਤ ਕੰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਹਾਂ। ਮਾਇਆ ਮਿਲ ਗਈ, ਧਨ ਦੌਲਤ ਮਿਲ ਗਈ, ਗਲਤ ਪਾਸੇ ਵਰਤਣ ਲੱਗ ਜਾਂਦੇ ਹਾਂ। ਜਦੋਂ ਸੁੱਖ ਹੁੰਦਾ ਹੈ ਫਿਰ ਅਸੀਂ ਚੀਕਾਂ ਮਾਰਨ ਲੱਗ ਜਾਂਦੇ ਹਾਂ, ਬਹੁਤ ਦੁਖੀ ਹੁੰਦੇ ਹਾਂ, ਬਹੁਤ ਅਸ਼ਾਂਤ ਹੁੰਦੇ ਹਾਂ, ਜਾਂ ਪਰਮਾਤਮਾ ਨੂੰ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ ਭਾਈ। ਪਰੰਤੂ ਜਿਨ੍ਹਾਂ ਦੀ ਅਵਸਥਾ ਇਹ ਹੋ ਗਈ ਗਿਆਨਵਾਨ ਦੀ ਅਵਸਥਾ, ਦੁੱਖ ਅਤੇ ਸੁੱਖ ਇੱਕ ਸਮਾਨ ਹੋ ਗਏ। ਜੋ ਸੁੱਖ ਦੁੱਖ ਜੋ ਅਨੁਭਵ ਕਰਨਾ ਇਹ ਮਨ ਦਾ ਧਰਮ ਹੈ। ਜਿਨ੍ਹਾਂ ਨੇ ਮਨ 'ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਸੁੱਖ ਅਤੇ ਦੁੱਖ ਇੱਕ ਸਮਾਨ ਜਾਣਦੇ ਹਨ। ਸੁੱਖ ਦੁੱਖ ਜੇ ਪਰਸਾ ਨਹੀਂ, ਲੋਭ ਮੋਹ ਅਭਿਮਾਨ। ਲੋਭ ਜਿਹੜਾ ਬਹੁਤ ਵਸਤੂਆਂ ਚੀਜ਼ਾਂ ਦਾ ਲੋਭ ਕਰਨਾ, ਲਾਲਚ ਕਰਨਾ, ਇਕੱਠੀਆਂ ਕਰਨੀਆਂ, ਜਮ੍ਹਾਂ ਕਰਨਾ, ਹੋਰ ਹੋਵੇ ਹੋਰ ਹੋਵੇ ਹੋਰ ਹੋਵੇ। ਤੁਹਾਨੂੰ ਢੱਕਣ ਵਾਸਤੇ ਵਸਤਰ ਤਾਂ ਚਾਹੀਦਾ, ਰਹਿਣ ਵਾਸਤੇ ਕੁਛ ਘਰ ਚਾਹੀਦਾ, ਅਤੇ ਪੇਟ ਭਰਨ ਵਾਸਤੇ ਕੁਛ ਖਾਣਾ ਚਾਹੀਦਾ ਹੈ। ਪਰੰਤੂ ਅਸੀਂ ਲਕਸ਼ ਬਣਾ ਲੈਂਦੇ ਹਾਂ, ਲੋਭ ਦੇ ਵਿੱਚ ਫਸ ਜਾਂਦੇ ਹਾਂ, ਅਤੇ ਲੋਭ ਮੋਹ ਅਭਿਮਾਨ, ਮੋਹ ਦੇ ਵਿੱਚ ਫਸ ਜਾਂਦੇ ਹਾਂ, ਸੰਸਾਰ ਦੇ ਮੋਹ ਦੇ ਵਿੱਚ। ਪਰਮਾਤਮਾ ਨਾਲ ਪਿਆਰ ਨਹੀਂ ਕਰਦੇ। ਸਾਨੂੰ ਫਰਜ਼ ਨਿਭਾਉਣੇ ਚਾਹੀਦੇ ਨੇ, ਚੰਗਾ ਸੋਚਣਾ ਚਾਹੀਦਾ, ਫਾਰਮੈਲਿਟੀਜ਼ ਕਰਨੀਆਂ ਚਾਹੀਦੀਆਂ ਨੇ, ਪਰੰਤੂ ਅਸੀਂ ਉਸ ਦੇ ਵਿੱਚ ਫਸ ਜਾਂਦੇ ਹਾਂ, ਮੋਹ ਦੇ ਵਿੱਚ ਫਸ ਜਾਂਦੇ ਹਾਂ, ਫਿਰ ਅਭਿਮਾਨ ਵਿੱਚ ਫਸ ਜਾਂਦੇ ਹਾਂ। ਫਿਰ ਕੋਈ ਵਸਤੂਆਂ ਹੋ ਗਿਆ ਕੁਛ, ਫਿਰ ਉਹਦਾ ਹੰਕਾਰ ਕਰਦੇ ਹਾਂ, ਅਭਿਮਾਨ ਕਰਦੇ ਹਾਂ। ਪਰੰਤੂ ਜਿਨ੍ਹਾਂ ਗਿਆਨੀ ਪੁਰਸ਼ਾਂ ਨੂੰ ਸੁੱਖ ਦੁੱਖ, ਲੋਭ ਮੋਹ ਅਤੇ ਅਭਿਮਾਨ ਪਰਸਦੇ ਨਹੀਂ ਹਨ, ਇੱਕ ਸਮਾਨ ਹਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸਤਿਗੁਰੂ ਜੀ ਫਰਮਾਉਂਦੇ ਹਨ, ਕਹੋ ਨਾਨਕ ਸੁਨ ਰੇ ਮਨਾ, ਕਿ ਹੇ ਮੇਰੇ ਮਨ ਸੁਣ ਨਾ ਕਰ। ਸਤਿਗੁਰੂ ਜੀ ਉੱਤਮ ਬਖਤੇ ਹਨ। 3 ਤਰ੍ਹਾਂ ਦੇ ਬਖਤੇ ਹੁੰਦੇ ਨੇ। ਇੱਕ ਉੱਤਮ ਬਖਤਾ ਹੁੰਦਾ, ਇੱਕ ਮੱਧਮ ਬਖਤਾ ਹੁੰਦਾ, ਇੱਕ ਜਿਹੜਾ ਹੈ ਕਨਿਸ਼ਟ ਬਖਤਾ ਹੁੰਦਾ। ਉਪਦੇਸ਼ ਦੇਣਾ ਦੂਸਰਿਆਂ ਨੂੰ, ਜਿਹੜਾ ਆਪਣੇ ਪ੍ਰਤੀ ਕਹਿਣਾ, ਆਪਣੇ ਮਨ ਦੇ ਪ੍ਰਤੀ ਕਹਿ ਕੇ ਉਪਦੇਸ਼ ਦੇਣਾ। ਸਤਿਗੁਰੂ ਜੀ ਤਾਂ ਅਵਸਥਾ ਬ੍ਰਹਮ ਗਿਆਨ ਦੀ ਹੈ। ਇਹ ਅਵਸਥਾ ਜਿਹੜੀ ਉਹਨਾਂ 'ਤੇ ਘਟਦੀ ਹੈ, ਪਰੰਤੂ ਸਤਿਗੁਰੂ ਜੀ ਉਪਦੇਸ਼ ਸਾਨੂੰ ਕਲਯੁਗ ਜੀਵਾਂ ਨੂੰ ਦੇ ਰਹੇ ਨੇ। ਆਪਣੇ ਪ੍ਰਤੀ ਕਹਿ ਕੇ, ਆਪਣੇ ਮਨ ਦੇ ਪ੍ਰਤੀ ਕਹਿ ਕੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਸੋ ਇਸ ਕਰਕੇ ਬਖਸ਼ਿਸ਼ ਕਰ ਰਹੇ ਨੇ, ਕਹਿ ਰਹੇ ਨੇ, ਕਹੋ ਨਾਨਕ ਸੁਨ ਰੇ ਮਨਾ, ਹੇ ਮੇਰੇ ਮਨ ਸੁਣ। ਸੋ ਆਪਣੇ ਮਨ ਨੂੰ ਕਹਿ ਕੇ ਉਪਦੇਸ਼ ਸਾਨੂੰ ਦੇ ਰਹੇ ਨੇ। ਜਿਹੜਾ ਦੂਸਰਾ ਮੱਧਮ ਬਖਤਾ ਹੁੰਦਾ, ਉਹ ਦੂਜਿਆਂ ਨੂੰ ਉਪਦੇਸ਼ ਕਹਿ ਕੇ ਦਿੰਦਾ। ਤੀਸਰਾ ਹੁੰਦਾ ਹੈ ਜਿਹੜਾ ਉਹ ਉਪਦੇਸ਼ ਤਾਂ ਦਿੰਦਾ ਬਹੁਤ ਜਿਹੜਾ ਸਖਤੀ ਦੇ ਨਾਲ। ਸੋ ਇਸ ਕਰਕੇ ਗੁਰੂ ਜੀ ਉੱਤਮ ਬਖਤੇ ਨੇ, ਆਪਣੇ ਮਨ ਦੇ ਪ੍ਰਤੀ ਕਹਿ ਕੇ ਉਪਦੇਸ਼ ਸਾਨੂੰ ਕਲਯੁਗ ਜੀਵਾਂ ਨੂੰ ਦੇ ਰਹੇ ਨੇ ਕਿ ਸੁੱਖ ਦੁੱਖ ਜੇ ਪਰਸਾ ਨੇ, ਲੋਭ ਮੋਹ ਮਾਨ। ਜਿਨ੍ਹਾਂ ਨੂੰ ਦੁੱਖ ਅਤੇ ਸੁੱਖ, ਲੋਭ ਮੋਹ ਮਾਨ ਪਰਸਦੇ ਨੇ, ਜਿਨ੍ਹਾਂ ਦੀ ਆਤਮਾ ਨੂੰ ਨਿਸੰਗ ਹੋ ਗਈ ਹੈ, ਨਰਮਲ ਹੋ ਗਈ ਹੈ ਜਿਨ੍ਹਾਂ ਦੀ ਆਤਮਾ, ਅਤੇ 9ਵੇਂ ਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਸੋ ਮੂਰਤ ਭਗਵਾਨ। ਉਹ ਜਿਹੜਾ ਹੈ ਉਹ ਗਿਆਨੀ ਲੋਕ, ਉਹ ਬ੍ਰਹਮ ਗਿਆਨੀ ਲੋਕ, ਉਹ ਪਰਮਾਤਮਾ ਦਾ ਹੀ ਰੂਪ ਬਣ ਗਏ ਨੇ। ਪਰਮਾਤਮਾ ਭਗਵਾਨ ਦਾ ਹੀ, ਪਰਮੇਸ਼ਰ ਦਾ ਹੀ ਰੂਪ ਹੋ ਗਏ ਉਹ। ਉਸਤਤ ਨਿੰਦਿਆ ਨਾਹਿ ਜਿਹੇ, ਕੰਚਨ ਲੋਹ
ਸਮਾਨ। ਅਸੀਂ ਉਸਤਤ ਦੀ ਇੱਛਾ ਰੱਖਦੇ ਹਾਂ ਕਿ ਸਾਡੀ ਕੋਈ ਮਹਿਮਾ ਕਰੇ, ਸਾਨੂੰ ਚੰਗਾ ਕਹੇ। ਨਿੰਦਿਆ ਤੋਂ ਅਸੀਂ ਡਰਦੇ ਹਾਂ ਕਿ ਸਾਨੂੰ ਕੋਈ ਬੁਰਾ ਨਾ ਕਹੇ। ਪਰੰਤੂ ਜਿਹੜੇ ਗਿਆਨੀ ਪੁਰਸ਼ ਨੇ, ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਉਸਤਤ ਨਿੰਦਿਆ ਨਾ ਹੀ ਜੀ, ਜਿਨ੍ਹਾਂ ਨੂੰ ਉਸਤਤ ਅਤੇ ਨਿੰਦਿਆ ਇੱਕ ਸਮਾਨ ਹੈ, ਉਸਤਤ ਦੀ ਨਾ ਇੱਛਾ ਰੱਖਦੇ ਨੇ, ਨਾ ਨਿੰਦਿਆ ਤੋਂ ਕੋਈ ਡਰ ਹੈ, ਕੋਈ ਉਸਤਤ ਦੀ ਇੱਛਾ ਨਹੀਂ ਹੈ। ਕੰਚਨ ਕਹਿੰਦੇ ਨੇ ਸੋਨਨ ਕੰਚ ਲੋ ਸਮਾਨ। ਅਸੀਂ ਲੋਹੇ ਨੂੰ ਸੰਭਾਲ ਕੇ ਆਪਣਾ ਸੋਨੇ ਨੂੰ ਸੰਭਾਲ ਰੱਖਦੇ ਹਾਂ, ਲੋਹਾ ਜਿਹੜਾ ਹੈਗਾ ਉਸ ਨੂੰ ਨਹੀਂ ਰੱਖਦੇ। ਅਤੇ ਇਸ ਤਰ੍ਹਾਂ ਜਿਨ੍ਹਾਂ ਨੂੰ ਸੋਨਾ ਅਤੇ ਲੋਹਾ ਇੱਕ ਸਮਾਨ ਹੋ ਗਿਆ, ਜਿਨ੍ਹਾਂ ਨੂੰ ਉਸਤਤ ਅਤੇ ਨਿੰਦਾ ਇੱਕ ਸਮਾਨ ਹੋ ਗਿਆ, ਜਿਨ੍ਹਾਂ ਦੀ ਸਮਦ੍ਰਿਸ਼ਟੀ ਹੋ ਗਈ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸਤਿਗੁਰੂ ਜੀ ਫਰਮਾਉਂਦੇ ਹਨ ਭਾਈ, ਅਤੇ ਜਿਨ੍ਹਾਂ ਦੀ ਇਹ ਅਵਸਥਾ ਹੋ ਗਈ ਹੈ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ, ਉਸਨੂੰ ਮੁਕਤ ਸਮਝ ਲਵੇ। ਮੁਕਤ ਕਿੱਥੇ ਹੁੰਦਾ ਹੈ? ਇਨਸਾਨ ਨੇ ਕਦੋਂ ਮੁਕਤ ਹੋਣਾ ਹੈ? ਜਦੋਂ ਇਹਦੇ ਵਿੱਚੋਂ ਲੋਭ ਮੋਹ ਅਭਿਮਾਨ ਖਤਮ ਹੋ ਗਿਆ, ਦੁੱਖ ਸੁੱਖ ਇੱਕ ਸਮਾਨ ਹੋ ਗਏ, ਉਸਤਤ ਅਤੇ ਨਿੰਦਿਆ ਇੱਕ ਸਮਾਨ ਹੋ ਗਏ। ਇਸ ਨੂੰ ਲੋਹਾ ਅਤੇ ਸੋਨਾ ਇੱਕ ਸਮਾਨ ਹੋ ਗਏ। ਸਤਿਗੁਰੂ ਜੀ ਫਰਮਾਉਂਦੇ ਹਨ ਭਾਈ, ਉਹ ਜਿਹੜਾ ਹੈ ਮੁਕਤ ਹੋ ਗਿਆ, ਉਹਨੂੰ ਕੋਈ ਬੰਧਨ ਨਹੀਂ ਰਿਹਾ। ਫਿਰ ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਹਰਖ ਕਹਿੰਦੇ ਨੇ ਖੁਸ਼ੀ ਨੂੰ। ਹਰਖ ਅਤੇ ਸੋਗ, ਉਦਾਸੀ, ਸੈਡਨੈਸ, ਜਿਹਨਾਂ ਨੂੰ ਇੱਕ ਸਮਾਨ ਹੋ ਗਏ, ਉਹ ਖੁਸ਼ੀ ਦੇ ਵਿੱਚ ਆ ਕੇ ਉਹ ਜਿਹੜੇ ਹਨ ਫੁੱਲਦੇ ਨਹੀਂ ਹਨ, ਅਤੇ ਸ਼ੋਕ ਦੇ ਵਿੱਚ ਨਹੀਂ ਜਾਂਦੇ। ਸੰਸਾਰ ਨੂੰ, ਸਰੀਰ ਨੂੰ ਇਹ ਨਾਸਵਾਨ ਸਮਝਦੇ ਨੇ, ਝੂਠਾ ਸਮਝਦੇ ਨੇ। ਇਸ ਕਰਕੇ ਆਨੰਦ ਦੀ ਅਵਸਥਾ ਵਿੱਚ ਵਿਚਰਦੇ ਨੇ, ਅਤੇ ਆਮ ਦੁਨਿਆਵੀ ਖੁਸ਼ੀ ਅਤੇ ਗਮੀ ਦੇ ਵਿੱਚ ਨਹੀਂ ਉਹਨਾਂ ਦੀ ਬਿਰਤੀ ਜਿਹੜੀ ਹੁੰਦੀ, ਇੱਕ ਸਮਾਨ ਰਹਿੰਦੇ ਨੇ। ਹਰਖ ਸੋਗ ਜਾ ਕੇ ਨੇ ਬੈਰੀ ਮੀਤ ਸਮਾਨ। ਬੈਰੀ ਦੁਸ਼ਮਣ ਅਤੇ ਮਿੱਤਰ ਇੱਕ ਸਮਾਨ ਹੋ ਗਏ। ਕੋਈ ਉਹਨਾਂ ਦੇ ਨਾਲ ਬੈਰ ਭਾਵ ਰੱਖਦਾ ਹੈ, ਕੋਈ ਮਿੱਤਰਤਾ ਕਰਦਾ ਹੈ, ਅਤੇ ਸਾਡੀ ਮਨੋ ਦਸ਼ਾ ਜਿਹੜੀ ਹੈ ਇੱਕ ਸਮਾਨ ਨਹੀਂ ਰਹਿੰਦੀ ਹੈ। ਪਰੰਤੂ ਜਿਹੜਾ ਗਿਆਨੀ ਪੁਰਸ਼ ਹੈ, ਜਿਸ ਨੂੰ ਖੁਸ਼ੀ ਗਮੀ ਅਤੇ ਬੈਰੀ ਮਿੱਤਰ ਇੱਕ ਹੋ ਗਏ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸਤਿਗੁਰੂ ਜੀ ਫਰਮਾਉਂਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਉਸ ਨੂੰ ਭਾਈ ਮੁਕਤ ਜਾਣ ਲਓ। ਉਹ ਜਿਉਂਦਾ ਹੀ ਮੁਕਤ ਹੋ ਗਿਆ ਹੈ, ਜਿਸ ਨੂੰ ਬੈਰੀ ਮਿੱਤਰ ਖੁਸ਼ੀ ਗਮੀ ਇੱਕ ਹੋ ਗਈ ਹੈ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ ਹੈ, ਕਿਸੇ ਨੂੰ ਡਰਾਵੇ ਨਹੀਂ ਦਿੰਦਾ, ਕਿਸੇ ਨੂੰ ਡਰ ਨਹੀਂ ਦਿੰਦਾ। ਭੈ ਕਾਹੂ ਕੋ ਦੇਤ ਨ, ਨਹਿ ਭੈ ਮਾਨਤ ਆਨ। ਨਾ ਹੀ ਕਿਸੇ ਦਾ ਭੈ ਮੰਨਦਾ ਹੈ, ਨਹੀਂ ਕਿਸੇ ਦਾ ਕੋਈ ਡਰ ਮੰਨਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸਤਿਗੁਰੂ ਜੀ ਫਰਮਾਉਂਦੇ ਹਨ ਭਾਈ, ਗਿਆਨੀ ਦੀ ਡੈਫੀਨੇਸ਼ਨ ਕੀ ਹੈ? ਗਿਆਨਵਾਨ ਕੌਣ ਹੈ? ਜਿਹੜਾ ਕਿਸੇ ਨੂੰ ਡਰ ਨਾ ਦੇਵੇ ਅਤੇ ਨਾ ਹੀ ਕਿਸੇ ਦਾ ਡਰ ਮੰਨੇ, ਇੱਕ ਸਮਾਨ ਜਿਸ ਦੀ ਵਰਤੀ ਹੈ। ਅਸੀਂ ਇੱਕ ਦੂਸਰੇ ਨੂੰ ਕਹਿ ਦਿੰਦੇ ਹਾਂ ਗਿਆਨੀ, ਆ ਵੀ ਗਿਆਨੀ, ਚੱਲ ਵੀ ਗਿਆਨੀ, ਪਰੰਤੂ ਗਿਆਨੀ ਕੌਣ ਹੈ? ਸਤਿਗੁਰੂ ਜੀ ਕਹਿੰਦੇ ਨੇ, ਜਿਹੜਾ ਭੈ ਮੁਕਤ ਹੋ ਗਿਆ, ਨਾ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਕਿਸੇ ਦਾ ਭੈ ਮੰਨਦਾ ਹੈ, ਉਹ ਗਿਆਨੀ ਪੁਰਸ਼ ਹਨ, ਬ੍ਰਹਮ ਗਿਆਨੀ ਲੋਕ ਹਨ। ਉਹ ਜਿਹੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਜਿਵੇਂ ਸਤਿਗੁਰੂ ਜੀ ਨੇ ਨਾ ਕਿਸੇ ਦਾ ਭੈ ਮੰਨਿਆ, ਨਾ ਕਿਸੇ ਨੂੰ ਭੈ ਦਿੱਤਾ, ਅਤੇ ਗੁਰੂ ਦੇ ਪਿਆਰਿਆਂ ਨੇ ਭਾਈ ਮਨੀ ਸਿੰਘ ਜੀ ਜੈਸੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਨੇ ਨਾ ਤੱਕ ਇੰਨੀਆਂ ਸ਼ਕਤੀਆਂ ਹੁੰਦਿਆਂ ਹੋਏ ਭੈ ਦਿੱਤਾ ਵੀ ਨਹੀਂ, ਅਤੇ ਨਾ ਹੀ ਕਿਸੇ ਦਾ ਜਿਹੜਾ ਹੈ ਭੈ ਮੰਨਿਆ। ਤੋ ਇਸ ਕਰਕੇ ਉਹ ਗਿਆਨੀ ਪੁਰਸ਼ ਸਨ। ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਜਿਨ੍ਹਾਂ ਨੇ
ਜਿਹੜਾ ਵਿਖਿਆ ਨੂੰ ਜ਼ਹਿਰ ਨੂੰ ਛੱਡ ਦਿੱਤਾ, ਵਿਸ਼ੇ ਵਿਕਾਰਾਂ ਨੂੰ ਛੱਡ ਦਿੱਤਾ ਹੈ, ਸਾਰੇ ਮਨ ਦੇ ਤਨ ਦੇ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ ਜੋ ਜ਼ਹਿਰਵਤ ਹਨ। ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਇੱਕ ਬੈਰਾਗ ਦਾ ਰੂਪ ਧਾਰਨ ਕਰ ਲਿਆ ਹੈ ਜਿਨ੍ਹਾਂ ਨੇ। ਰਾਗ ਨਾਮ ਪ੍ਰੇਮ ਦਾ ਬੈਰਾਗ, ਜੋ ਸੰਸਾਰ ਤੋਂ ਬੈਰਾਗ ਹੋ ਗਿਆ, ਜਿਨ੍ਹਾਂ ਨੂੰ ਪਰਮਾਤਮਾ ਨਾਲ ਪਿਆਰ ਕਰਦੇ ਨੇ, ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਕਰਦੇ ਨੇ, ਸੰਸਾਰ ਨੂੰ ਝੂਠਾ ਸਮਝਦੇ ਹਨ। ਬੈਰਾਗੀ ਦੀਆਂ ਇਹ ਨਿਸ਼ਾਨੀਆਂ ਹਨ ਕਿ ਉਹ ਸੰਸਾਰ ਦੇ ਪਦਾਰਥਾਂ ਦੇ ਨਾਲ ਮੋਹ ਨਹੀਂ ਕਰਦਾ, ਆਪਣੇ ਸਰੀਰ ਦੇ ਨਾਲ ਵੀ ਉਸ ਦਾ ਮੋਹ ਨਹੀਂ ਰਹਿੰਦਾ, ਕਿਸੇ ਚੀਜ਼ ਦੇ ਨਾਲ ਪਕੜ ਨਹੀਂ ਰਹਿੰਦੀ, ਪਰਮਾਤਮਾ ਅਤੇ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੁੜਿਆ ਹੁੰਦਾ ਹੈ। ਨਾਸਵਾਨ ਜਾਣਦਾ ਸਾਰਾ ਕੁਛ। ਜਿਸ ਨੇ ਇਸ ਤਰ੍ਹਾਂ ਵਿਸ਼ੇ ਵਿਕਾਰਾਂ ਦਾ ਤਿਆਗ ਕਰਕੇ ਜੋ ਜ਼ਹਿਰਵਤ ਨੇ ਅਤੇ ਵੈਰਾਗ ਦਾ ਜਿਹੜਾ ਹੈ ਰੂਪ ਧਾਰਨ ਕੀਤਾ ਹੈ, ਵੈਰਾਗੀ ਹੋ ਗਿਆ ਜਿਹੜਾ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਸਮਝ ਲਓ ਉਹਦੇ ਚੰਗੇ ਮੱਥੇ ਦੇ ਭਾਗ ਨੇ। ਦੁਨੀਆ ਦੇ ਹੋਰ ਵਸਤੂਆਂ ਚੀਜ਼ਾਂ ਮਿਲ ਜਾਣੀਆਂ ਚੰਗੇ ਭਾਗ ਨਹੀਂ। ਜਿਨ੍ਹਾਂ ਨੂੰ ਜੇ ਵੇਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਜਿਨ੍ਹਾਂ ਨੇ ਬੈਰਾਗੀ ਭੇਖ ਧਾਰਨ ਕਰ ਲਿਆ, ਸੰਸਾਰ ਤੋਂ ਬੈਰਾਗੀ ਹੋ ਗਏ ਹਨ, ਜਿਹੜੇ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਨਾਸਵਾਨ ਦੇਖਦੇ ਨੇ। ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੇ ਭਾਗ। ਉਹਨਾਂ ਜੀਵਾਂ ਦੇ, ਉਹਨਾਂ ਇਨਸਾਨਾਂ ਦੇ, ਉਹਨਾਂ ਪੁਰਖਾਂ ਦੇ ਸਭ ਨਾਲੋਂ ਵੱਡੇ ਭਾਗ ਨੇ, ਚੰਗੇ ਭਾਗ ਨੇ। ਨਹੀਂ ਤਾਂ ਮਨ ਵਿੱਚ ਵੈਰਾਗ ਪੈਦਾ ਹੀ ਨਹੀਂ ਹੁੰਦਾ। ਬੰਦਾ ਦੁੱਖਾਂ ਦੀਆਂ ਚੋਟੀਆਂ ਖਾਈ ਜਾਂਦਾ ਹੈ, ਕਿੰਨੇ ਦੁੱਖ ਪਾਉਂਦਾ ਹੈ, ਫਿਰ ਵੀ ਇਸ ਨੂੰ ਵੈਰਾਗ ਨਹੀਂ ਹੁੰਦਾ। ਧਰੂ ਦੇ 2 ਚਪੇੜਾਂ ਲੱਗੀਆਂ, 4 ਚਪੇੜਾਂ ਲੱਗੀਆਂ, ਉਹਨੂੰ ਇਹੋ ਜਿਹਾ ਵੈਰਾਗ ਲੱਗਿਆ, ਉਹਨੇ ਭਗਤੀ ਕੀਤੀ। ਹੋਰ ਕਿੰਨੇ ਸਤਿਪੁਰਸ਼ ਹੋਏ ਨੇ, ਕੋਈ ਦੁੱਖ ਤਕਲੀਫ ਹੋ ਗਈ, ਸੰਸਾਰ ਦੀ ਨਾਸਵਾਨਤਾ ਦੇਖੀ ਤਾਂ ਮਨ ਵਿੱਚ ਵੈਰਾਗ ਪੈਦਾ ਹੋ ਗਿਆ। ਪਰੰਤੂ ਅਸੀਂ ਕਿੰਨੇ ਦੁੱਖ ਪਾਉਂਦੇ ਹਾਂ, ਵੈਰਾਗ ਹੁੰਦਾ ਹੀ ਨਹੀਂ ਹੈ, ਮਨ ਟੁੱਟਦਾ ਹੀ ਨਹੀਂ ਦੁਨੀਆ ਵੱਲੋਂ। ਮੌਤਾਂ ਸਾਹਮਣੇ ਦੇਖਦੇ ਹਾਂ, ਵੈਰਾਗ ਹੀ ਨਹੀਂ ਹੁੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਉਹਨਾਂ ਇਨਸਾਨਾਂ ਦੇ ਸਭ ਨਾਲੋਂ ਚੰਗੇ ਭਾਗ ਨੇ, ਮੱਥੇ ਦੇ ਭਾਗ ਨੇ, ਜਿਨ੍ਹਾਂ ਨੂੰ ਵੈਰਾਗ ਲੱਗਦਾ ਹੈ ਅਤੇ ਜਿਹੜੇ ਸੰਸਾਰ ਨੂੰ ਨਾਸਵਾਨ ਜਾਣਦੇ ਹਨ। ਵੈਰਾਗ ਰੂਪ ਧਾਰਿਆ ਹੈ ਜਿਨ੍ਹਾਂ ਨੇ। ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਭਾਈ ਜਿਨ੍ਹਾਂ ਨੇ ਮਾਇਆ ਅਤੇ ਮਮਤਾ ਦਾ ਤਿਆਗ ਕਰ ਦਿੱਤਾ ਹੈ, ਜਿਨ੍ਹਾਂ ਨੇ ਮਾਇਆ ਦੀ ਪਕੜ ਛੱਡ ਦਿੱਤੀ, ਮਾਇਆ ਦੀ ਮਮਤਾ ਛੱਡ ਦਿੱਤੀ ਹੈ, ਅਤੇ ਮਾਇਆ ਮਮਤਾ ਤਜੀ ਸਭ ਤੇ ਪਏ ਉਦਾਸ, ਅਤੇ ਸਾਰਿਆਂ ਵੱਲੋਂ ਮਨ ਉਦਾਸ ਹੋ ਗਿਆ ਹੈ, ਕਿਸੇ ਦੇ ਨਾਲ ਪਕੜੀ ਨਹੀਂ ਰਹੀ, ਖਿੱਚੇ ਨਹੀਂ ਰਹੀ। ਅਤੇ ਇਹੋ ਜਿਹੀ ਕਿਰਪਾ ਹੋ ਗਈ ਹੈ। ਮਾਇਆ, ਜੜ ਮਾਇਆ, 3 ਤਰ੍ਹਾਂ ਦੀ ਮਾਇਆ ਹੁੰਦੀ ਹੈ। ਜੜ ਮਾਇਆ, ਅਗਿਆਨ ਮਾਇਆ ਅਤੇ ਚੇਤਨ ਮਾਇਆ। ਜੜ ਮਾਇਆ ਕਹਿੰਦੇ ਨੇ ਜੋ ਧਨ ਦੌਲਤ ਪੈਸਾ, ਹੀਰੇ ਮੋਤੀ ਸੋਨਾ ਚਾਂਦੀ ਨੋਟ ਆਦਿਕ ਜੋ ਕੁਛ ਵੀ ਅਸੀਂ ਦੇਖਦੇ ਹਾਂ। ਚੇਤਨ ਮਾਇਆ ਹੁੰਦੀ ਹੈ ਭਾਈ ਜੋ ਤੁਰਦੀ ਫਿਰਦੀ, ਜੋ ਚੇਤਨ, ਜੋ ਸੰਸਾਰ ਸਾਨੂੰ ਦਿਖ ਰਿਹਾ ਹੈ, ਇਸਤਰੀ ਪੁਰਸ਼ ਦੇ ਰੂਪ ਦੇ ਵਿੱਚ ਦਿਖ ਰਿਹਾ ਹੈ, ਅਤੇ ਚੱਲਦੀ ਫਿਰਦੀ ਜਿਹੜੀ ਚੇਤਨ ਮਾਇਆ ਇਸ ਨੂੰ ਕਹਿੰਦੇ ਨੇ। ਅਗਿਆਨ ਮਾਇਆ ਹੁੰਦੀ ਹੈ ਕਿ ਮੈਂ ਹੋਰ ਹਾਂ, ਪਰਮਾਤਮਾ ਹੋਰ ਹੈ। ਅਗਿਆਨ ਪਿਆ ਹੋਇਆ, ਅਗਿਆਨ ਦੇ ਵਿੱਚ ਫਸਿਆ ਹੋਇਆ ਹੈ, ਦੁੱਖਾਂ ਸੁੱਖਾਂ ਦੇ ਵਿੱਚ ਫਸਿਆ ਹੋਇਆ ਹੈ। ਜਿਸ ਨੇ ਮਾਇਆ ਪਕੜ ਮਮਤਾ ਦਾ ਤਿਆਗ ਕਰ ਦਿੱਤਾ, ਜੇ ਮਾਇਆ ਮਮਤਾ ਤਜੀ ਸਭ ਤੋਂ ਪਹਿਓ ਉਦਾਸ, ਅਤੇ ਸਾਰਿਆਂ ਵੱਲੋਂ ਮਨ ਉਦਾਸ ਹੋ ਗਿਆ ਹੈ ਅਤੇ ਬੈਰਾਗ ਹੋ ਗਿਆ, ਮਨ ਵਿੱਚ ਪਕੜ ਛੱਡ ਦਿੱਤੀ ਹੈ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਜਿੰਨਾ ਚਿਰ ਮਾਇਆ ਵੱਲੋਂ, ਸੰਸਾਰ ਵੱਲੋਂ ਉਦਾਸ ਨਹੀਂ ਹੁੰਦਾ, ਅਤੇ ਉਨਾ ਚਿਰ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ। ਜਿੰਨਾ ਚਿਰ ਵੈਰਾਗ ਨਹੀਂ ਲੱਗਦਾ, ਉਨਾ ਚਿਰ ਭਗਤੀ ਨਹੀਂ ਹੁੰਦੀ ਹੈ, ਤਪੱਸਿਆ ਨਹੀਂ ਹੁੰਦੀ ਹੈ, ਸਿਮਰਨ ਨਹੀਂ ਹੁੰਦਾ ਹੈ। ਅਤੇ ਭਗਤੀ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ, ਭਗਤੀ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮੁਕਤ ਨਹੀਂ ਹੁੰਦਾ। ਸੋ ਜਿੰਨਾ ਚਿਰ ਬੰਦਾ ਬਣਾਈ ਜਾਂਦਾ, ਕਦੇ ਕਿਸ ਨੂੰ ਬਣਾ ਲਿਆ, ਕਿੰਨੇ ਮਿੱਤਰ ਬਣਾ ਲਏ, ਕਿੰਨੇ ਹੋਰ ਆਪਣੇ ਬਣਾ ਲਏ, ਹੋਰ ਫਲਾਣਾ ਕੋਈ ਧਰਮ ਦਾ, ਇਹ ਮੇਰਾ ਢਿੱਡੋਂ ਜਾਇਆ, ਇਹ ਮੇਰਾ ਫਲਾਣਾ, ਇਹ ਰਿਸ਼ਤੇਦਾਰ ਹੋ, ਪਤਾ ਨਹੀਂ ਕਿੰਨੇ ਕੁ ਦੁਨੀਆ ਦੇ ਵਿੱਚ ਬਣਾਉਂਦਾ ਹੈ। ਪਰਮਾਤਮਾ ਨੂੰ ਨਹੀਂ ਆਪਣਾ ਬਣਾਉਂਦਾ, ਗੁਰੂ ਨੂੰ ਨਹੀਂ ਆਪਣਾ ਬਣਾਉਂਦਾ ਹੈ।
ਸੋ ਸਤਿਗੁਰੂ ਜੀ ਫਰਮਾਉਂਦੇ ਹਨ, ਜਿਨ੍ਹਾਂ ਨੇ ਭਾਈ ਉਦਾਸਤਾ ਹੀ ਧਾਰਨ ਕੀਤੀ ਹੈ ਸੰਸਾਰ ਦੇ ਵਿੱਚ, ਤੇ ਜਿਹ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ, ਕਹੋ ਨਾਨਕ ਸੁਨੋ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਉਹਨਾਂ ਦੇ ਘਟ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ। ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਨਿਵਾਸ ਕਰਦਾ, ਪਰਮਾਤਮਾ ਨਿਵਾਸ ਕਰਦਾ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਸੰਸਾਰ ਦੀ ਪਕੜ, ਮਾਇਆ ਮਮਤਾ ਦਾ ਤਿਆਗ ਹੋ ਗਿਆ ਹੈ। ਜਿਹ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਨ। ਗੁਰਦੇਵ ਫਰਮਾਉਂਦੇ ਹਨ, ਜਿਨ੍ਹਾਂ ਨੇ ਭਾਈ, ਜਿਨ੍ਹਾਂ ਪ੍ਰਾਣੀਆਂ ਨੇ ਹਉਮੈ ਦਾ ਤਿਆਗ ਕਰ ਦਿੱਤਾ, ਮੈਂ ਮੇਰੀ ਦਾ ਤਿਆਗ ਕਰ ਦਿੱਤਾ, ਮੈਂ ਕਰਦਾ ਇਨਸਾਨ ਬਹੁਤ। ਕਰਮ ਕਰਨਾ, ਫਰਜ਼ ਕਰਨਾ ਵੱਖਰੀ ਗੱਲ ਹੈ, ਪਰੰਤੂ ਇਹਦੇ ਅੰਦਰ ਤਾਂ ਕਿੰਨੀ ਤਰ੍ਹਾਂ ਦੀ ਹਉਮੈ ਹੈ, ਸਰੀਰ ਦੀ, ਪੈਸੇ ਦੀ, ਧਨ ਦੌਲਤ ਦੀ, ਅਹੁਦਿਆਂ ਦੀ, ਬਹੁਤ ਤਰ੍ਹਾਂ ਦੀ ਮਹਿਮਾ ਇਨਸਾਨ ਹਉਮੈ ਹੈ ਇਨਸਾਨ ਦੇ ਮਨ ਦੇ ਵਿੱਚ। ਅਤੇ ਫਿਰ ਇਹ ਮੈਂ ਕੀਤਾ, ਮਾਇਆ ਕੀਤਾ, ਮਾਇਆ ਕਰਨਾ, ਇਹ ਹਉਮੈ ਜਿਹੜੀ ਹੈ, ਹਉਮੈ ਦੀਰਘ ਰੋਗ ਹੈ। ਦਾਰੂ ਪੀ ਸਮਾਏ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਵੱਡਾ ਰੋਗ, ਸਭ ਨਾਲੋਂ ਵੱਡਾ ਰੋਗ ਹਉਮੈ ਦਾ ਚਿੰਬੜਿਆ ਸੰਸਾਰ ਨੂੰ, ਇਨਸਾਨ ਨੂੰ ਵੀ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਸਤਿਗੁਰੂ ਜੀ ਫਰਮਾਉਂਦੇ ਨੇ, ਇਸ ਕਰਕੇ ਬੰਦੇ ਵਾਰ-ਵਾਰ ਜੰਮਦਾ, ਵਾਰ-ਵਾਰ ਮਰਦਾ। ਇਹਦੀ ਹਉਮੈ ਹੀ ਇਸ ਨੂੰ ਵਾਰ-ਵਾਰ ਜਨਮ ਲੈਣ ਵਾਸਤੇ ਮਜਬੂਰ ਕਰਦੀ ਹੈ। ਹਉਮੈ ਸਾਰੇ ਪੁਆੜਿਆਂ ਦੀ ਜੜ੍ਹ ਹੈ। ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ ਹਉਮੈ ਦਾ, ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦਾ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਹਨ, ਜੇ ਪ੍ਰਾਨੀ ਹਉਮੈ ਤਜੀ, ਜਿਨ੍ਹਾਂ ਨੇ ਹਉਮੈ ਦਾ ਤਿਆਗ ਕਰ ਦਿੱਤਾ ਹੈ, ਨਿਮਰਤਾ ਨਿਰਮਾਣਤਾ ਵਿੱਚ ਆ ਗਏ ਨੇ ਕਿ ਮੈਂ ਕੁਛ ਨਹੀਂ ਹਾਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈਗਾ ਨਿਰਗੁਣ ਉਗਾ ਸਰਗੁਣ ਕੇਲ ਕਰਤੇ स्वामी मेरा। कबीर तू करता तू हूँ, आ मुझ में रहा ना हूँ, जब आपा पर का मिट गया जत देखो ता तू। तो सतगुरु जी फरमाउंदे हन, जिन्होंने भाई मैं मेरी दा हउमੈ ਦਾ ਤਿਆਗ ਕਰ ਦਿੱਤਾ ਹੈ, ਸੰਸਾਰ ਨੂੰ ਚਲਾਉਣ ਵਾਲਾ ਕਿ ਮੈਂ ਨਹੀਂ ਹਾਂ। ਮੈਂ ਤਾਂ ਖੁਦ ਸਰੀਰ ਨੂੰ ਬਣਾਉਣ ਵਾਲਾ ਨਹੀਂ ਹਾਂ, ਸਰੀਰ ਵਿੱਚ ਆਤਮਾ ਖੁਦ ਪਾਉਣ ਵਾਲਾ ਨਹੀਂ, ਹੱਥ ਨੱਕ ਕੰਨ ਆਦਿਕ ਬਣਾਉਣ ਵਾਲਾ ਨਹੀਂ, ਧਰਤੀ ਪਾਉਣ ਪਾਣੀ ਦਾ ਬਣਾਉਣ ਵਾਲਾ ਨਹੀਂ। ਪਰਮਾਤਮਾ ਜਦੋਂ ਚਾਹੁੰਦਾ ਜੋਤ ਖਿੱਚ ਲੈਂਦਾ, ਉਹੀ ਸਰੀਰ ਸ਼ਕਤੀ ਤੋਂ ਹੀਣ ਹੋ ਜਾਂਦਾ ਹੈ। ਜੰਮਣਾ ਤੇ ਮਰਨਾ ਖੁਦ ਆਪਣੇ ਹੱਥ ਵਿੱਚ ਨਹੀਂ ਹੈ, ਆਪਣਾ ਕਰਮ ਕਰਨਾ ਹੈ, ਪਰੰਤੂ ਹੰਗਤਾ ਹਉਮੈ ਨਹੀਂ ਧਾਰਨ ਕਰਨੀ ਹੈ। ਸੋ ਜਿਨ੍ਹਾਂ ਨੇ ਇਸ ਕਰਤਾ ਪੁਰਖ ਪਰਮੇਸ਼ਰ ਨੂੰ ਪਛਾਣਿਆ ਵੀ ਇਸ ਸੰਸਾਰ ਦਾ ਕਰਤਾ ਮੈਂ ਨਹੀਂ ਹਾਂ, ਇਹ ਦੁਨੀਆ ਤਾਂ ਮੇਰੇ ਤੋਂ ਵੀ ਪਹਿਲਾਂ ਚੱਲਦੀ ਸੀ, ਜਦੋਂ ਮੈਂ ਨਹੀਂ ਰਹਾਂਗਾ ਉਦੋਂ ਵੀ ਦੁਨੀਆ ਚੱਲਦੀ ਰਹਿਣੀ ਹੈ। ਜਿਨ੍ਹਾਂ ਨੇ ਇਹ ਪਹਿਚਾਣ ਲਿਆ ਹੈ ਕਰਤੇ ਪੁਰਖ ਪਰਮਾਤਮਾ ਦੇ ਆਸਰੇ ਚੱਲਦੀ ਹੈ, ਪਰਮਾਤਮਾ ਨੇ ਦੁਨੀਆ ਬਣਾਈ ਹੈ। ਹਉਮੈ ਦਾ ਤਿਆਗ ਕਰਦਾ ਤੇ ਕਰਤੇ ਪੁਰਖ ਨੂੰ ਪਹਿਚਾਣ ਲਿਆ ਹੈ ਕਿ ਕਰਤਾ ਪੁਰਖ ਤਾਂ ਪਰਮੇਸ਼ਰ ਹੈ, ਮੈਂ ਨਹੀਂ ਹਾਂ। ਕਹੋ ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਮਾਨ। ਗੁਰਦੇਵ ਫਰਮਾਉਂਦੇ ਹਨ, ਸਮਝ ਲਓ ਭਾਈ ਉਹ ਮੁਕਤ ਹੋ ਗਿਆ ਹੈ, ਉਹਨੂੰ ਕੋਈ ਬੰਧਨ ਨਹੀਂ ਰਿਹਾ ਹੈ। ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਹੈ ਮੇਰੇ ਮਨ, ਹੈ ਭਾਈ ਇਹ ਗੱਲ ਨੂੰ ਸੱਚੀ ਮੰਨੋ, ਜਿਸ ਨੇ ਹਉਮੈ ਦਾ ਤਿਆਗ ਕਰਤਾ, ਕਰਤੇ ਪੁਰਖ ਪਰਮੇਸ਼ਰ ਦੀ ਪਹਿਚਾਣ ਹੋ ਗਈ ਹੈ, ਉਹ ਮੁਕਤ ਹੋ ਗਿਆ ਹੈ। ਇਹ ਸੱਚੀ ਗੱਲ ਹੈ।